Dear students, good morning. मैं अनीता गोयल सीनियर सैकेंडरी स्कूल छाजली तो ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਬੱਚੋ ਆਪਣੀ ਪਹਿਲੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀਗਾ 11th ਕਲਾਸ ਦਾ ਡਾਈਜੈਸਟਿਵ ਸਿਸਟਮ। ਠੀਕ ਹੈ, ਡਾਈਜੈਸਟਿਵ ਸਿਸਟਮ ਦੇ ਵਿੱਚ ਉਸ ਦਾ ਪਾਰਟ ਆਪਾਂ ਕਵਰ ਕੀਤਾ ਸੀਗਾ ਐਲੀਮੈਂਟਰੀ ਕੈਨਾਲ। ਐਲੀਮੈਂਟਰੀ ਕੈਨਾਲ ਦੇ ਨਾਲ ਅੱਜ ਆਪਾਂ ਇਸ ਦਾ ਦੂਸਰਾ ਪਾਰਟ ਕਵਰ ਕਰਾਂਗੇ, दैट इज द डाइजेस्टिव ग्लैंड्स यानी कि पाचन ग्रंथियां। डाइजेस्टिव ग्लैंड मतलब की है पाचन ग्रंथियां। पाचन ग्रंथियां दे विच बच्चों सब तो पहला की करना आपां सलिवरी ग्लैंड्स। सलिवरी ग्लैंड्स मतलब लार ग्रंथियां। फिर आपां करांगे लिवर। लिवर की है बच्चों जिगर। ਇਹ ਤੁਸੀਂ 10th ਕਲਾਸ ਦੇ ਵਿੱਚ ਕੀਤਾ ਵੀ ਤੁਹਾਡੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਦਾ ਨਾਮ ਦੱਸੋ। ਠੀਕ ਹੈ, ਉਹ ਕੀ ਆ ਗਿਆ ਜਿਗਰ। ਫਿਰ ਕੀ ਆਪਣੇ ਕੋਲ ਪੈਨਕ੍ਰੀਆਸ, ਲੂਬਾ ਤੇ ਕੁਝ ਆਪਣੇ ਕੋਲ ਗਲੈਂਡਸ ਹੁੰਦੀਆਂ ਨੇ, ਗੈਸਟ੍ਰਿਕ ਗਲੈਂਡਸ ਤੇ ਇੰਟੈਸਟੀਨਲ ਗਲੈਂਡਸ। ਉਹ ਕੀ ਚੀਜ਼ ਹੈ ਬੱਚੋ, ਆਪਣੀ ਛੋਟੀ ਆਂਦਰ ਤੇ ਵੱਡੀ ਆਂਦਰ ਦੀਆਂ ਗ੍ਰੰਥੀਆਂ। ਦੇਖੋ ਮੈਂ ਤੁਹਾਨੂੰ ਆਪਾਂ ਪਹਿਲਾਂ ਜਿਹੜੀਆਂ ਡਾਇਗਰਾਮ ਆਪਾਂ ਇਸ ਪੇਜ ਤੋਂ ਕੀਤੀ ਸੀਗੀ, ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੀਆਂ ਅੱਜ ਆਪਾਂ ਗਲੈਂਡਸ ਕਰਨੀਆਂ ਨੇ, ਇੱਕ ਤਾਂ ਤੁਹਾਡੇ ਮਾਊਥ ਦੇ ਅੰਦਰ, ਤੁਹਾਡੇ ਮੂੰਹ ਦੇ ਅੰਦਰ ਜਿਹੜੀਆਂ ਲਾਰ ਗ੍ਰੰਥੀਆਂ ਨੇ। ਲਾਰ ਗ੍ਰੰਥੀਆਂ ਕਿਹੜੀਆਂ ਹੈ, ਇਹ ਆਪਣੀਆਂ 3 ਪੇਅਰ ਲਾਰ ਗ੍ਰੰਥੀਆਂ ਨੇ ਆਪਣੇ ਕੋਲ। ਸੈਲਿਵਰੀ ਗਲੈਂਡ ਸਭ ਤੋਂ ਬੜੀ ਜਿਹੜੀ ਲਾਰ ਗ੍ਰੰਥੀ ਹੈ ਬੱਚੋ, ਲਾਰਜੈਸਟ, ਉਹ ਹੈ ਆਪਣੇ ਕੋਲ ਪੈਰੋਟਿਡ ਗਲੈਂਡਸ। ਠੀਕ ਹੈ, ਇਹ ਕਿੱਥੇ ਹੈ, ਤੁਹਾਡੇ ਕੰਨ ਦੇ ਨੀਚੇ, ਕੰਨ ਵਾਲੀ ईयर द बिलो द ईयर। ठीक है, दैन तुहाडे कोल की चीज़ है, तुहाडी सब मैगजिलरी ते सब लिंगुअल। सब मैगजिलरी दा नाम सब मांडीबुलर भी है ते यह कित्थे हुंदी है, तुहाडे इस आ देखो बच्चों जिथे इन्हां ने आ पोजीशन शो की हुई है, ये किस जगह ते है, तुहाडे लोअर जा दे नीचे या थलड़े जवाड़े दे नीचे। फिर तुहाडे कोल आ गई सब लिंगुअल। सब लिंगुअल ग्लैंड कित्थे होएगी, ਇਹ ਹੈ ਤੁਹਾਡੀ ਜੀਭ ਦੇ ਥੱਲੇ। ਇਹਨਾਂ ਤਿੰਨਾਂ ਲਾਰ ਗ੍ਰੰਥੀਆਂ ਨੂੰ ਜੇ ਤੁਸੀਂ ਆਪਣੇ ਆਪ ਆਪਣੇ ਮੂੰਹ ਦੇ ਵਿੱਚ ਥੁੱਕ ਨੂੰ ਅੰਦਰ ਲਿਜਾ ਕੇ ਸੋਚੋ, ਤਾਂ ਤੁਸੀਂ ਇਹਨਾਂ ਤਿੰਨਾਂ ਦੀ ਪੋਜੀਸ਼ਨ ਨੂੰ ਖੁਦ ਹੀ ਕਲੀਅਰ ਕਰ ਸਕਦੇ ਹੋ। ਠੀਕ ਹੈ ਬੱਚੋ, ਤੁਹਾਡੇ ਕੋਲ ਇਹ ਆ ਗਈਆਂ ਆਪਣੀਆਂ ਸੈਲਿਵਰੀ ਗਲੈਂਡਸ ਜਾਂ ਲਾਰ ਗ੍ਰੰਥੀਆਂ। ਹੁਣ ਲਾਰ ਗ੍ਰੰਥੀਆਂ ਦਾ ਕੰਮ ਕੀ ਹੈ ਬੱਚੋ? ਲਾਰ ਗ੍ਰੰਥੀਆਂ ਤੁਹਾਡੇ ਮੂੰਹ ਦੇ ਵਿੱਚ ਕੀ ਸਕਰੀਟ ਕਰਦੀਆਂ ਨੇ, ਸਲਾਈਵਾ। ਸਲਾਈਵਾ यानी कि तुहाडे मूँह की लार, जिस दे कारण तुहाडा मूँह जिहड़ा है गिला रहिंदा, मॉइस्ट रहिंदा है। यह एक तरह के जे तुहाडे मूँह बिल्कुल सुक्या होवे, सोच के देखो तुहाडा मूँह बिल्कुल सुक्या होया है, तां की होएगा, तुसी कोई भी खाना पचा अंदर एनगल्फ नहीं कर सकते, अंदर निगल नहीं सकते। ਤਾਂ ਇਹ ਇਟ ਮੀਨਸ ਕਿ ਇਹ ਕੀ ਕਰਦਾ ਹੈ, ਤੁਹਾਡੀ ਪੂਰੀ ਦੀ ਪੂਰੀ ਬੱਕਲ ਕੈਵਿਟੀ ਨੂੰ ਲੁਬਰੀਕੇਟ ਕਰਦਾ ਹੈ ਤੇ ਇਟ ਮੇਕ ਯੋਰ ਫੂਡ ਟੂ ਬੀ ਐਨਗਲਫ। ਠੀਕ ਹੈ, ਤਾਂ ਜਿਸ ਦੇ ਕਾਰਨ ਤੁਸੀਂ ਆਪਣੇ ਫੂਡ ਨੂੰ ਅੰਦਰ, ਆਪਣੇ ਭੋਜਨ ਨੂੰ ਅੰਦਰ ਨਿਗਲ ਸਕਦੇ ਹੋ। ਨੰਬਰ 2, ਇਸ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੇ ਇਲੈਕਟ੍ਰੋਲਾਈਟਸ ਹੁੰਦੇ ਨੇ ਤੇ ਇਸ ਵਿੱਚ ਇੱਕ ਐਂਜ਼ਾਈਮ ਹੁੰਦਾ ਹੈ ਏਮਾਈਲੇਜ਼, ਜਿਸ ਜਿਹੜਾ ਕੀ ਕਰਦਾ ਹੈ, ਤੁਹਾਡੇ ਮੂੰਹ ਦੇ ਅੰਦਰ ਹੀ ਭੋਜਨ ਦੀ ਪਾਚਨ ਪ੍ਰਕਿਰਿਆ ਯਾਨੀ ਕਿ ਡਾਈਜੈਸ਼ਨ ਆਫ ਫੂਡ ਸਟਾਰਟ ਕਰ ਦਿੰਦਾ ਹੈ, ਜਿਸ ਦੇ ਨਾਲ ਤੁਹਾਡੀ ਜਿਹੜੀ ਫੂਡ, ਜਿਸ ਤੋਂ ਤੁਸੀਂ ਕੁਝ ਵੀ ਖਾਇਆ, ਸਟਾਰਚ ਨੂੰ ਇਨਫੈਕਟ ਸਿੰਪਲ ਸ਼ੂਗਰ ਦੇ ਵਿੱਚ ਕਨਵਰਟ ਕਰ ਦਿੰਦਾ ਹੈ। ਹਾਂਜੀ ਬੱਚੋ, ਇਹ ਦੇਖੋ ਮੈਂ ਇੱਕ ਹੋਰ ਪਿਕਚਰ ਤੋਂ ਤੁਹਾਨੂੰ ਜਿਹੜੀਆਂ ਸਾਰੀਆਂ ਜਿਹੜੀਆਂ ਸੈਲਿਵਰੀ ਗਲੈਂਡਸ ਹੈ ਉਹਨਾਂ ਦੀ ਪੋਜੀਸ਼ਨ ਕਲੀਅਰ ਕਰ ਰਹੀ ਹਾਂ ਵੀ 3 ਪੇਅਰ ਜਿਹੜੀਆਂ ਸੈਲਿਵਰੀ ਗਲੈਂਡਸ ਨੇ ਤੁਹਾਡੇ ਮਾਊਥ ਦੇ ਅੰਦਰ, ਤੁਹਾਡੀ ਓਰਲ ਕੈਵਿਟੀ ਵਿੱਚ ਕਿੱਥੇ ਕਿੱਥੇ ਹੈ। ਇਸ ਤੋਂ ਬਾਅਦ ਆਪਾਂ ਕੀ ਕਰਾਂਗੇ, ਆਪਾਂ ਕਰਾਂਗੇ ਲਿਵਰ। ਲਿਵਰ ਯਾਨੀ ਕਿ ਜਿਗਰ। ਜੇ ਤੁਸੀਂ ਫਿਰ ਤੁਹਾਡੀ NCERT ਦੀ ਬੁੱਕ ਤੋਂ ਇਸ ਨੂੰ ਦੇਖੋ ਵੀ ਮੈਂ ਥੋੜਾ ਜਿਹਾ ਤੁਹਾਨੂੰ ਦੂਸਰੀ ਆਹ ਤੁਹਾਡਾ ਲਿਵਰ ਹੈ। ਠੀਕ ਹੈ, ਤੇ ਇਸ ਜਗ੍ਹਾ ਤੇ ਉੱਪਰ ਤੁਹਾਡੇ ਇਹ ਕੀ ਹੈ, 2 ਲੰਗਸ। ਲੰਗਸ ਦੇ ਨੀਚੇ ਬੱਚੋ ਇਹ ਤੁਹਾਡਾ ਡਾਇਆਫਰਾਮ ਹੈ। ਡਾਇਆਫਰਾਮ ਯਾਨੀ ਕਿ ਪੇਟ ਪਰਦਾ। ਠੀਕ ਹੈ, ਜੇ ਤੁਸੀਂ ਪੰਜਾਬੀ ਵਿੱਚ ਇਸ ਨੂੰ ਸੋਚੋ ਤਾਂ ਇਹ ਕੀ ਆਏਗਾ, ਤੁਹਾਡਾ ਪੇਟ ਪਰਦਾ। ਇਸ ਦੇ ਇਹ ਲੰਗਸ ਦੇ ਨੀਚੇ ਪੇਟ ਪਰਦਾ, ਪੇਟ ਪਰਦੇ ਦੇ ਜਸਟ ਬਿਲੋ ਤੁਹਾਡੀ ਐਬਡੋਮੀਨਲ ਕੈਵਿਟੀ ਦੇ ਵਿੱਚ ਕੀ ਹੈ, ਤੁਹਾਡਾ ਲਿਵਰ ਯਾਨੀ ਕਿ ਤੁਹਾਡਾ ਜਿਗਰ।
ਤੁਹਾਡੇ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ, ਲਾਰਜੈਸਟ ਗਲੈਂਡ ਆਫ ਯੋਰ ਬੋਡੀ। ਠੀਕ ਹੈ, ਜਿਵੇਂ ਤੁਹਾਨੂੰ ਦੇਖਣ ਦੇ ਵਿੱਚ ਹੀ ਕਲੀਅਰ ਹੋ ਰਿਹਾ ਬੱਚੋ, ਇਸ ਦਾ ਕਲਰ ਰੈਡਿਸ਼ ਬਰਾਊਨ ਕਲਰ ਹੈ। ਇਹ ਸਾਡੀ ਬੋਡੀ ਦੀ ਲਾਰਜੈਸਟ ਗਲੈਂਡ ਹੈ। ਇਹ ਐਕਸੋਕ੍ਰਾਈਨ ਗਲੈਂਡ ਹੈ ਬੱਚੋ। ਐਕਸੋਕ੍ਰਾਈਨ ਗਲੈਂਡ ਉਹ ਗਲੈਂਡਸ ਹੁੰਦੀਆਂ ਨੇ ਜਿਨ੍ਹਾਂ ਦੀਆਂ ਆਪਣੀਆਂ ਡਕਟਸ ਹੁੰਦੀਆਂ ਨੇ। ਠੀਕ ਹੈ, ਜੇ ਅਸੀਂ weight ਦੀ ਗੱਲ ਕਰੀਏ ਤਾਂ ਇਹ ਕਰੀਬ 1.2 ਤੋਂ 1.5 kgs ਦਾ weight ਹੁੰਦਾ ਹੈ। ਠੀਕ ਹੈ, ਇਸ ਤੇ 2 ਲੋਬਸ ਤੁਹਾਨੂੰ ਨਜ਼ਰ ਆਏ ਹੈ ਤੇ ਜਿਹੜੇ ਇਹ ਸੈਲਸ ਤੋਂ ਮਿਲ ਕੇ ਬਣਿਆ, ਅਸੀਂ ਉਸ ਨੂੰ ਹਿਪੈਟਿਕ ਸੈਲਸ ਕਹਿੰਦੇ ਹਾਂ। ਇੱਥੇ ਇੱਕ ਚੀਜ਼ ਹੋਰ ਕਲੀਅਰ ਕਰ ਲਓ ਬੱਚੋ ਕਿ ਲੀਵਰ ਦੇ ਨਾਲ ਰਿਲੇਟਡ ਹਰ ਜਿੰਨੀ ਵੀ, ਜੇ ਆਪਾਂ ਕਹੀਏ, ਤੁਸੀਂ ਮੰਨ ਲਓ ਤੁਸੀਂ ਕਿਸੇ ਲੀਵਰ ਸਪੈਸ਼ਲਿਸਟ ਕੋਲ ਜਾਣਾ ਹੈ ਤਾਂ ਤੁਸੀਂ ਹਿਪੈਟੋਲੋਜਿਸਟ ਕੋਲ ਜਾਓਗੇ। ਠੀਕ ਹੈ, ਉਹ ਹਿਪੈਟਿਕ ਸਪੈਸ਼ਲਿਸਟ ਹੋਏਗਾ। ਹਿਪੈਟਿਕ ਜਿਹੜੀ ਟਰਮ ਹੈ ਉਹ ਲੀਵਰ ਦੇ ਨਾਲ ਰਿਲੇਟਡ ਟਰਮ ਹੈ। ਠੀਕ ਹੈ, ਹੁਣ ਲੀਵਰ ਕਿਸ ਚੀਜ਼ ਦਾ ਮਿਲ ਕੇ ਬਣਿਆ ਹੋਇਆ ਹੈ? ਲੀਵਰ ਇਜ਼ ਮੇਡ ਅਪ ਆਫ ਲੀਵਰ ਸੈਲਸ ਇਨ ਦਾ ਫਾਰਮ ਆਫ ਕੋਡਸ ਹੁੰਦੀ ਹੈ। ਜਿਹੜੀ ਬੱਚੋ ਇਹ ਲੀਵਰ ਦੇ ਬਾਹਰ ਜਿਹੜੀ ਕਵਰਿੰਗ ਹੈ, ਸ਼ੀਥ ਹੈ, ਦਿਸ ਸ਼ੀਥ ਇਜ਼ ਕਾਲਡ ਗਲਿਨਸਨ ਕੈਪਸੂਲ। ਇਹ ਤੁਹਾਡਾ ਨੀਟ ਦੇ ਵਿੱਚ ਪੁੱਛੇ ਜਾਣ ਵਾਲਾ ਕੁਐਸਚਨ ਹੈ ਕਿ ਲੀਵਰ ਸੈਲ ਦੇ ਵੇਅਰ ਯੂ ਵਿਲ ਫਾਈਂਡ ਦਾ ਗਲਿਨਸਨ ਕੈਪਸੂਲ, ਜਾਂ ਉਲਟਾ ਕੇ ਪੁੱਛ ਲੈਣ ਕਿ ਲੀਵਰ ਦੀ ਬਾਹਰ ਵਾਲੀ ਲੇਅਰ ਦਾ ਕੀ ਨਾਮ ਆਏਗਾ, ਬਾਹਰ ਵਾਲੀ ਮੈਂਬਰੇਨਸ ਸ਼ੀਥ ਜਿਹੜੀ ਲੀਵਰ ਨੂੰ ਕਵਰ ਕਰਦੀ ਹੈ, that will the ਗਲਿਨਸਨ ਕੈਪਸੂਲ। ਹੁਣ ਲੀਵਰ ਕੀ ਕੰਮ ਕਰਦਾ ਹੈ? ਲੀਵਰ ਬਾਈਲ ਸਕਰੀਟ ਕਰਦਾ ਹੈ। ਲੀਵਰ ਰਸ ਜਿਸ ਨੂੰ ਅਸੀਂ ਕਹਿ ਦਈਏ, ਉਹਦਾ ਨਾਮ ਕੀ ਹੈ? ਬਾਈਲ। ਸਕਰੀਟ ਤਾਂ ਲੀਵਰ ਕਰਦਾ ਹੈ, ਪਰ ਇਸ ਨੂੰ ਕੰਟਰੋਲ, ਇਸ ਨੂੰ ਸਟੋਰ ਕੌਣ ਕਰਦਾ ਹੈ? ਆਹ ਦੇਖੋ, ਇੱਕ ਛੋਟਾ ਜਿਹਾ ਮਸਕੂਲਰ ਬੈਗ ਹੈ ਜਿਸ ਦਾ ਨਾਮ ਹੈ ਗਾਲ ਬਲੈਡਰ। ਕੀ ਨਾਮ ਹੈ ਇਸ ਦਾ? ਗਾਲ ਬਲੈਡਰ, ਜਿਸ ਨੂੰ ਤੁਸੀਂ ਆਮ ਤੌਰ ਤੇ ਪੰਜਾਬੀ ਵਿੱਚ ਪਿੱਤਾ ਆਖਦੇ ਹੋ। ਠੀਕ ਹੈ, ਇਸ ਨੂੰ ਪੰਜਾਬੀ 'ਚ ਅਸੀਂ ਕੀ ਆਖਦੇ ਹਾਂ? ਅਸੀਂ ਇਸ ਨੂੰ ਆਮ ਤੌਰ ਤੇ ਪੰਜਾਬੀ ਦੇ ਵਿੱਚ ਪਿੱਤਾ ਆਖਦੇ ਹਾਂ। ਲੀਵਰ ਨੇ ਕੀ ਸਕਰੀਟ ਕੀਤਾ? ਬਾਈਲ। ਬਾਈਲ ਕਿੱਥੇ ਸਟੋਰ ਹੋਇਆ? ਬਾਈਲ ਸਟੋਰ ਹੋਇਆ ਜਾ ਕੇ ਪਿੱਤੇ ਦੇ ਵਿੱਚ। ਬੱਚੋ, ਲੀਵਰ ਨੂੰ ਆਪਾਂ ਫੇਰ ਇੱਕ ਵਾਰੀ ਰਿਵਾਈਜ਼ ਕਰ ਲਈਏ। ਰੈਡਿਸ਼ ਬਰਾਊਨ ਕਲਰਡ, ਲਾਰਜੈਸਟ ਗਲੈਂਡ ਆਫ ਦੀ ਬੋਡੀ, ਐਕਸੋਕ੍ਰਾਈਨ ਹੈ, ਯਾਨੀ ਕਿ ਇਹਦੇ ਕੋਲ ਆਪਣੀਆਂ ਡਕਟਸ ਹੁੰਦੀਆਂ ਨੇ। weight ਕਿੰਨਾ ਹੈ? 1.2 ਤੋਂ 1.5 ਤੱਕ। ਕਿੱਥੇ ਮਿਲੇਗੀ ਤੁਹਾਨੂੰ ਇਹ? ਤੁਹਾਡੇ ਡਾਇਆਫ੍ਰਾਮ, ਤੁਹਾਡੇ ਪੇਟ ਪਰਦੇ ਕੋਲ। ਇਹ ਕੀ ਹੋਇਆ? ਤੁਹਾਡਾ ਪੇਟ ਪਰਦਾ। ਇਹਦੇ ਕੋਲ ਕੀ ਹੈ? 2 ਲੋਬਸ ਹੈ। ਕਿਸ ਚੀਜ਼ ਦਾ ਬਣਿਆ ਹੋਇਆ ਲੀਵਰ? ਆਪਣਾ ਹਿਪੈਟਿਕ ਸੈਲਸ ਦਾ, ਤੇ ਕਵਰ ਬਾय ਸ਼ੀਥ ਕਾਲਡ ਗਲਿਨਸਨ ਕੈਪਸੂਲ। ਇਸ ਚੀਜ਼ ਨੂੰ ਯਾਦ ਰੱਖਣਾ। ਦੈਨ what the liver do? liver secrete bile। ਲੀਵਰ ਦਾ ਸਭ ਤੋਂ ਜਿਹੜਾ ਮੇਨ ਫੰਕਸ਼ਨ ਕੀ ਹੈ? ਇਹ ਬਾਈਲ ਸਕਰੀਟ ਕਰਦਾ ਹੈ। ਤੇ ਬਾਈਲ ਸਟੋਰ ਕਿੱਥੇ ਹੁੰਦਾ ਹੈ? ਗਾਲ ਬਲੈਡਰ ਦੇ ਵਿੱਚ, ਜਿਸ ਨੂੰ ਤੁਸੀਂ ਪੰਜਾਬੀ 'ਚ ਕੀ ਕਹਿੰਦੇ ਹੋ? ਪਿੱਤਾ। ਹੁਣ ਆਜੋ ਕੁਐਸਚਨ ਜਿਹੜਾ ਤੁਹਾਡੇ ਕੋਲ ਹੈ, ਫੰਕਸ਼ਨ ਆਫ ਬਾਈਲ, ਵੀ ਬਾਈਲ ਦੇ ਕੀ ਕੰਮ ਹੈ? ਬਾਈਲ ਹੈਲਪ ਇਨ ਦਾ ਡਾਈਜੈਸ਼ਨ ਆਫ ਫੂਡ, ਯਾਨੀ ਕਿ ਇਹ ਸਾਨੂੰ ਭੋਜਨ ਪਚਾਉਣ ਦੇ ਵਿੱਚ ਸਹਾਇਤਾ ਕਰਦਾ ਹੈ। ਭੋਜਨ ਪਚਾਉਣ ਵਿੱਚ ਕੀ ਸਹਾਇਤਾ ਕਰਦਾ ਹੈ? ਇਟ ਬ੍ਰੇਕ ਡਾਊਨ ਫੈਟਸ ਇਨਟੂ ਫੈਟੀ ਐਸਿਡ, ਯਾਨੀ ਕਿ ਫੈਟਸ ਕੀ ਚੀਜ਼ ਹੈ ਬੱਚੋ? ਸਾਡੀ ਚਰਬੀ। ਉਸ ਨੂੰ ਫੈਟੀ ਐਸਿਡ ਦੇ ਵਿੱਚ ਬ੍ਰੇਕ ਡਾਊਨ ਦੇ ਵਿੱਚ ਹੈਲਪ ਕਰਦਾ ਹੈ। ਨੈਕਸਟ ਕੀ ਚੀਜ਼ ਹੈ ਬੱਚੋ? ਨੋ ਐਂਜ਼ਾਈਮ। ਇਹ ਧਿਆਨ ਰੱਖਣਾ ਵੀ ਬਾਈਲ ਦੇ ਅੰਦਰ ਕੋਈ ਵੀ ਐਂਜ਼ਾਈਮ ਨਹੀਂ ਹੁੰਦਾ। ਇਹ ਨੀਟ ਵਿੱਚ ਵੀ ਤੁਹਾਨੂੰ ਘੁਮਾ ਕੇ ਪੁੱਛਿਆ ਜਾ ਸਕਦਾ ਹੈ ਕਿ ਨੇਮ ਦਾ ਐਂਜ਼ਾਈਮ ਵਿੱਚ ਦਾ ਬਾਈਲ ਹੈਵ, ਫਿਰ ਕੁਝ ਐਂਜ਼ਾਈਮਸ ਦੇ ਨਾਮ ਦੇ ਦੇਣ, ਲਾਸਟ ਵਨ ਨੀਦਰ ਆਫ ਨਨ ਆਫ ਥੀਸ, ਤਾਂ ਤੁਹਾਡਾ ਆਨਸਰ ਉੱਥੇ ਕੀ ਆਏਗਾ? ਨਨ ਆਫ ਥੀਸ। ਵੀ ਬਾਈਲ ਦੇ ਵਿੱਚ ਕੋਈ ਵੀ ਐਂਜ਼ਾਈਮ ਨਹੀਂ ਹੁੰਦਾ। ਇਹ ਕੀ ਕਰਦਾ ਹੈ? ਇਹ ਐਂਜ਼ਾਈਮ ਕੋਈ ਨਹੀਂ, ਸਿਰਫ ਇਹ ਇੱਕ ਐਂਜ਼ਾਈਮ ਹੈ ਲਾਈਪੇजेस, ਉਸ ਨੂੰ ਐਕਟੀਵੇਟ ਕਰਦਾ ਹੈ। ਕੁਝ ਬਾਈਲ ਦੇ ਅੰਦਰ ਕੀ ਚੀਜ਼ ਹੈ? ਬਾਈਲ ਸਾਲਟਸ ਹੈ, ਕੋਲੇਸਟਰੋਲਸ ਹੈ, ਬਾਈਲ ਪਿਗਮੈਂਟ ਹੈ, ਬਿਲੀਰੂਬਿਨ ਤੇ ਬਿਲੀਵਰਡਿਨ। ਬਿਲੀਰੂਬਿਨ ਤੇ ਬਿਲੀਵਰਡਿਨ ਬੱਚੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਦੋਂ ਬੰਦੇ ਨੂੰ ਜੌਂਡਿਸ ਹੁੰਦਾ ਜਾਂ ਪੀਲੀਆ ਜਿਸ ਨੂੰ ਅਸੀਂ ਕਹਿੰਦੇ ਹਾਂ,
ਤਾਂ ਬਾਈਲ ਡਕਟਸ ਜਿਹੜੀਆਂ ਬਲੌਕ ਹੋ ਗਈਆਂ ਤੇ ਲੀਵਰ ਦੇ ਵਿੱਚ ਬਾਈਲ ਰੂਬਿਨ ਤੇ ਬਿਲੀਰੂਬਿਨ ਤੇ ਬਿਲੀਬਰਡਿਨ ਸਟੋਰ ਹੋ ਜਾਂਦਾ ਹੈ, ਜਿਸ ਦੇ ਕਾਰਨ ਯੈਲੋ ਕਲਰ ਆਉਂਦਾ ਹੈ। ਠੀਕ ਹੈ, ਥੀਸ ਟੂ ਸਾਲਟਸ ਜਿਹੜੇ ਨੇ ਇਹਨਾਂ ਦੋਨਾਂ ਪਿਗਮੈਂਟਸ ਦੇ ਪ੍ਰੈਜੈਂਸ ਦੇ ਕਾਰਨ ਹੀ ਜਿਹੜਾ ਯੂਰਿਨ ਦਾ ਜਦੋਂ ਟੈਸਟ ਕਰਾਇਆ ਜਾਂਦਾ ਹੈ ਤਾਂ ਉਸ ਦੇ ਵਿੱਚ ਬਿਲੀਰੂਬਿਨ ਤੇ ਬਿਲੀਬਰਡਿਨ ਜਿਹੜਾ ਹੋਏਗਾ, ਦਿਸ ਸ਼ੋਜ਼ ਦਾ ਪ੍ਰੈਜੈਂਸ ਆਫ ਜੌਂਡਿਸ। ਠੀਕ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਕਿ ਜਿਹੜਾ ਜੌਂਡਿਸ ਹੈ ਉਹ ਕਿਸ ਦੇ ਕਾਰਨ ਹੁੰਦਾ ਹੈ, ਉਹ ਬਿਲੀਰੂਬਿਨ ਤੇ ਉਸ ਤਰ੍ਹਾਂ, ਯਾਨੀ ਕਿ ਕਾਰਨ ਤਾਂ ਰੈਡ ਬੀਸੀਜ਼ ਦੇ ਟੁੱਟਣ ਦੇ ਕਾਰਨ ਹੁੰਦਾ ਹੈ, ਮਗਰ ਬਿਲੀਰੂਬਿਨ ਤੇ ਬਿਲੀਬਰਡਿਨ ਦੀ ਪ੍ਰੈਜੈਂਸ ਜਿਹੜੀ ਹੈ ਇਹ ਇੱਕ ਲੈਂਡਮਾਰਕ ਹੈ ਟੂ ਦਾ ਜੌਂਡਿਸ। ਬੱਚੋ ਜਿਹੜੀ ਨੈਕਸਟ ਆਪਣੀ ਗਲੈਂਡ ਆ ਗਈ ਉਹ ਹੈ ਪੈਨਕ੍ਰੀਆਜ ਯਾਨੀ ਕਿ ਲੂਬਾ। ਠੀਕ ਹੈ, ਇਹ ਛੋਟੀ ਆਂਦਰ ਜਿੱਥੋਂ ਸ਼ੁਰੂ ਹੁੰਦੀ ਹੈ, ਇਹ ਉਸ ਦਾ ਪਾਰਟ ਹੈ ਡਿਓਡੀਨਮ। ਇਹ ਸੀ ਸ਼ੇਪਡ ਹੈ, ਤੁਸੀਂ ਦੇਖੋ ਕੀ ਸ਼ੇਪਡ ਹੈ, ਸੀ ਸ਼ੇਪਡ ਹੈ। ਉਸ ਦੇ ਅੰਦਰ ਉਸ ਦੀ ਦੇਖੋ ਆਪਣੇ ਕੋਲ ਕੀ ਆ ਗਿਆ, ਇਹ ਪੈਨਕ੍ਰੀਆਜ ਯਾਨੀ ਕਿ ਲੂਬਾ। ਜੇ ਗਾਲ ਬਲੈਡਰ ਹੈ, ਗਾਲ ਬਲੈਡਰ ਤੋਂ ਇੱਕ ਡਕਟ ਨਿਕਲਦੀ ਹੈ। ਦੇਖੋ ਗਾਲ ਬਲੈਡਰ ਤੋਂ ਜਿਹੜੀ ਡਕਟ ਨਿਕਲਦੀ ਹੈ, ਦਿਸ ਡਕਟ ਇਜ਼ ਦਾ ਸਿਸਟਿਕ ਡਕਟ। ਠੀਕ ਹੈ, ਇਹ ਡਕਟਸ ਕਿੱਥੋਂ ਆ ਗਿਆ, ਲੀਵਰ ਤੋਂ। ਠੀਕ, ਸਿਸਟਿਕ ਡਕਟ ਫਰੋਮ ਦੀ ਗਾਲ ਬਲੈਡਰ ਤੇ ਲੀਵਰ ਤੋਂ ਜਿਹੜੀ ਡਕਟ ਆ ਗਈ, that is the ducts from the liver or the hepatic ducts। hepatic again ਤੁਹਾਨੂੰ ਯਾਦ ਹੋਏਗਾ ਲੀਵਰ ਦੇ ਨਾਲ ਰਿਲੇਟਡ ਟਰਮ ਹੈ। ਇਹ ਦੋਨੋਂ ਇੱਥੇ ਆ ਕੇ ਜਦੋਂ ਖੁੱਲਦੀਆਂ ਨੇ ਇਹ ਕੀ ਬਣ ਜਾਂਦੀ ਹੈ, this become common bile duct। ਠੀਕ ਹੈ, this become common bile duct। ਜਦੋਂ ਬਾਈਲ ਡਕਟ ਇੱਥੋਂ ਪੈਨਕ੍ਰੀਆਸ ਦੀ ਡਕਟ ਇੱਥੇ ਆਉਂਦੀ ਹੈ, ਪੈਨਕ੍ਰੀਆਸ ਦੇ ਵਿੱਚ ਕੀ ਹੋਏਗਾ, ਪੈਨਕ੍ਰੀਆਸ ਇੱਕ ਧਿਆਨ ਰੱਖਣਾ ਕਿ ਇਹ ਆਪਣੀ ਪੈਨਕ੍ਰੀਆਸ ਹੀ ਬੋਡੀ ਦੀ ਮੇਨ ਇਹੋ ਜਿਹੀ ਗਲੈਂਡ ਹੈ ਜਿਹੜੀ ਕਿ ਐਂਡੋਕਰਾਈਨ ਵੀ ਹੈ ਤੇ ਐਕਸੋਕਰਾਈਨ ਵੀ ਹੈ। ਐਂਡੋਕਰਾਈਨ ਗਲੈਂਡਸ ਕਿਹੜੀਆਂ ਹੁੰਦੀਆਂ ਬੱਚੋ, ਜਿਨ੍ਹਾਂ ਦੀਆਂ ਆਪਣੀਆਂ ਕੋਈ ਡਕਟਸ ਨਹੀਂ ਹੁੰਦੀਆਂ, ਡਕਟਲੈਸ ਗਲੈਂਡਸ। ਠੀਕ ਹੈ, ਤਾਂ ਪੈਨਕ੍ਰੀਆਸ ਕੀ ਹੈ, ਐਂਡੋਕਰਾਈਨ ਵੀ ਹੈ ਤੇ ਐਕਸੋਕਰਾਈਨ ਵੀ ਹੈ। ਐਂਡੋਕਰਾਈਨ ਦੇ ਤੌਰ ਤੇ ਇਹ ਜਿਹੜੇ ਹਾਰਮੋਨ ਰਿਲੀਜ਼ ਕਰਦਾ ਹੈ ਉਹ ਹੈ ਇਨਸੂਲਿਨ ਤੇ ਗਲੂਕਾਗੋਨ। ਠੀਕ ਹੈ, ਤੇ ਐਜ ਏ ਜਿਹੜੀ ਅਸੀਂ ਕਹੀਏ ਵੀ ਐਕਸੋਕਰਾਈਨ ਗਲੈਂਡ, ਲੈਟ ਅਸ ਡੂ ਪੈਨਕ੍ਰੀਆਸ ਇਨ ਅ ਗ੍ਰਾਫ ਫਾਰਮ। ਬੱਚੋ ਜਿਹੜੀ ਪੈਨਕ੍ਰੀਆਸ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਐਂਡੋਕਰਾਈਨ ਤੇ ਐਕਸੋਕਰਾਈਨ ਇਹ ਦੋਨੋਂ ਤਰ੍ਹਾਂ ਦੀਆਂ ਗਲੈਂਡਸ ਹੈ। ਐਂਡੋਕਰਾਈਨ ਗਲੈਂਡਸ ਮਤਲਬ ਡਕਟਲੈਸ। ਠੀਕ ਹੈ, ਇਹ ਕਿਹੜੀ ਗਲੈਂਡ ਹੋਏਗੀ, ਜਿਸ ਵਿੱਚ ਡਕਟ ਹੋਏਗੀ। ਐਜ ਏ ਐਕਸੋਕਰਾਈਨ ਇਹ ਪੈਨਕ੍ਰੀਆਟਿਕ ਐਂਜ਼ਾਈਮ ਰਿਲੀਜ਼ ਕਰਦੇ ਆ ਜਿਹੜੇ ਐਲਕਲਾਈਨ ਨੇਚਰ ਵਿੱਚ ਹੁੰਦੇ ਆ, ਕਰੀਬ ਪੀਐਚ ਕਹਿੰਦੇ ਆ 8.8। ਇਹ ਜਿਹੜੇ ਪੈਨਕ੍ਰੀਆਟਿਕ ਐਂਜ਼ਾਈਮਸ ਨੇ ਸਾਰੇ, ਇਹ ਆਪਾਂ ਡਿਟੇਲ ਕਰਾਂਗੇ ਜਦੋਂ ਆਪਾਂ ਡਾਈਜੈਸ਼ਨ ਆਫ ਫੂਡ ਵਾਲਾ ਪਾਰਟ ਕਰਾਂਗੇ। ਐਕਸੋਕਰਾਈਨ ਗਲੈਂਡ ਦੇ ਤੌਰ ਤੇ ਐਂਡੋਕਰਾਈਨ ਗਲੈਂਡ ਦੇ ਤੌਰ ਤੇ ਪੈਨਕ੍ਰੀਆਸ ਦੋ ਐਂਜ਼ਾਈਮ ਸਕਰੀਟ ਕਰਦਾ ਹੈ, ਇਨਸੂਲਿਨ ਤੇ ਗਲੂਕਾਗੋਨ। ਕਿਹੜੇ ਹੋ ਗਏ, ਇਨਸੂਲਿਨ ਤੇ ਗਲੂਕਾਗੋਨ। ਇਨਸੂਲਿਨ ਆਮ ਤੌਰ ਤੇ ਬੱਚੋ ਤੁਸੀਂ ਦੇਖਿਆ ਵੀ ਜਿਸ ਬੰਦੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਤੁਸੀਂ ਸੁਣਿਆ ਹੈ ਆਮ ਲਾਈਫ ਦੇ ਵਿੱਚ ਕਿ ਉਸਨੂੰ ਇਨਸੂਲਿਨ ਦੇ ਇੰਜੈਕਸ਼ਨ ਲੱਗਦੇ ਆ। ਠੀਕ ਹੈ, ਸ਼ੂਗਰ ਦੀ ਪ੍ਰੋਬਲਮ ਦਾ ਕੀ ਮਤਲਬ ਇਹ ਨਹੀਂ ਕਿ ਉਸਦੀ ਬੋਡੀ ਕੀ ਹੋ ਗਿਆ, ਕਿ ਉਹਦਾ ਸ਼ੂਗਰ ਲੈਵਲ ਉਹਦੇ ਬਲੱਡ ਦੇ ਵਿੱਚ ਇਨਕਰੀਜ਼ ਹੋ ਰਿਹਾ ਹੈ। ਤਾਂ ਉਸ ਟਾਈਮ ਇਨਸੂਲਿਨ ਕੀ ਕਰਦਾ ਹੈ, ਜਦੋਂ ਸਾਡੀ ਬੋਡੀ ਵਿੱਚ ਬਲੱਡ ਗਲੂਕੋਜ਼ ਬਲੱਡ ਸ਼ੂਗਰ ਦਾ ਲੈਵਲ ਇਨਕਰੀਜ਼ ਹੁੰਦਾ ਹੈ ਤਾਂ ਉਸ ਦੇ ਰਿਸਪੌਂਸ ਵਿੱਚ ਇਨਸੂਲਿਨ ਪ੍ਰੋਡਿਊਸ ਹੁੰਦਾ ਹੈ ਜਿਹੜਾ ਕਿ ਇਨਕਰੀਜ਼ਡ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਕਰਦਾ ਹੈ। ਠੀਕ ਹੈ, ਜਿਹੜਾ ਗਲੂਕਾਗੋਨ ਹੈ ਇਹ ਕੀ ਕਰਦਾ ਹੈ, ਗਲਾਈਕੋਜਨ ਨੂੰ ਸਟੋਰ ਵਿੱਚ ਕਰਨ ਦੇ ਵਿੱਚ ਕੰਮ ਕਰਦਾ ਹੈ ਗਲੂਕਾਗੋਨ। ਤੇ ਇਹ ਕਦੋਂ ਕੰਮ ਕਰਦਾ ਹੈ, ਜਦੋਂ ਤੁਹਾਡੀ ਬਾਡੀ ਦੇ ਵਿੱਚ ਬਲੱਡ ਗਲੂਕੋਜ਼ ਦਾ ਲੈਵਲ ਡਿਕਰੀਜ਼ ਹੋ ਜਾਂਦਾ ਹੈ। ਠੀਕ ਹੈ, ਯਾਨੀ ਕਿ ਇਨਸੂਲਿਨ ਤੇ ਗਲੂਕਾਗੋਨ ਇੱਕ ਦੂਜੇ ਦੇ ਉਲਟ ਕੰਮ ਕਰ ਰਹੇ ਨੇ। ਇਨਸੂਲਿਨ ਇਜ਼ ਪ੍ਰੋਡਿਊਸਡ when there is increase in the blood sugar level or blood glucose level, while glucagon is produced when you have decreased glucose level। ठीक है, ਇਹ ਦੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੰਮ ਹੈ
ਇਹ ਕਿੱਥੋਂ ਹੁੰਦੇ ਨੇ? ਪੈਨਕ੍ਰੀਆਜ। ਪੈਨਕ੍ਰੀਆਜ ਯਾਨੀ ਕਿ ਲੁਬਾ। ਫਿਰ ਇਸ ਚੀਜ਼ ਨੂੰ ਸਮਝ ਲਓ ਕਿ ਇਹ ਦੋ ਤਰ੍ਹਾਂ ਦੀ ਐਂਜ਼ਾਈਮ ਪ੍ਰੋਡਿਊਸ ਕਰਦੇ ਨੇ। ਐਂਡੋਕਰਾਈਨ ਐਂਜ਼ਾਈਮ ਐਜ ਐਂਡੋਕਰਾਈਨ ਯੂਜ਼ ਕਰਦੇ ਆਹ ਇਨਸੂਲਿਨ ਤੇ ਗਲੂਕਾਗੋਨ, ਤੇ ਐਕਸੋਕਰਾਈਨ ਕੀ ਹੋਏਗਾ? ਪੈਨਕ੍ਰੀਆਟਿਕ ਐਂਜ਼ਾਈਮਸ। ਠੀਕ ਹੈ ਬੱਚੋ। ਇਸ ਤੋਂ ਬਿਨਾਂ ਬੱਚੋ ਜਿਹੜਾ ਇਹ ਹੈ ਤੁਹਾਡੀ ਮੈਦਾ ਜਾਂ ਸਟਮਕ ਦੀ ਲਾਈਨਿੰਗ, ਜਿਸ ਦੇ ਦੇਖੋ ਆ ਲਾਈਨਿੰਗ ਦੇ ਵਿਚਕਾਰ ਕੁਝ ਸੈੱਲ ਜਿਸ ਤਰ੍ਹਾਂ ਦੇ ਪ੍ਰੈਜ਼ੈਂਟ ਨੇ ਜਿਹੜੇ ਕਿ ਐਜ ਏ ਗਲੈਂਡ ਵਰਕ ਕਰਦੇ ਨੇ। ਠੀਕ ਹੈ। these are called gastric glands, right? ਤਾਂ ਇਹ ਕੀ ਹੈ? ਇਹ ਆਕਸੈਂਟਿਕ ਸੈਲਸ, ਪੈਪਟਿਕ ਸੈਲਸ, ਇਹ ਕੀ ਚੀਜ਼ ਨੇ? ਇਹ ਤੁਹਾਡੀ ਜਿਹੜੀ ਗੈਸਟ੍ਰਿਕ ਗਲੈਂਡਸ ਨੇ, ਗੈਸਟ੍ਰਿਕ ਯਾਨੀ ਕਿ ਮੈਦਾ ਸਟਮਕ ਦੇ ਅੰਦਰ ਜਿਹੜੀ ਗਲੈਂਡਸ ਨੇ ਉਹ ਉਸ ਨੂੰ ਅਸੀਂ ਕੀ ਕਹਿੰਦੇ ਆ? ਗੈਸਟ੍ਰਿਕ ਗਲੈਂਡਸ। ਗੈਸਟ੍ਰਿਕ ਟਰਮ ਤੋਂ ਫਿਰ ਬੱਚੋ ਯਾਦ ਰੱਖਣਾ ਕਿ ਕਿਤੇ ਵੀ ਗੈਸਟ੍ਰਿਕ GAS ਟ੍ਰਿਕ ਟਰਮ ਆਉਂਦੀ ਹੈ, ਇਹ ਟਰਮ ਤੁਹਾਡੀ ਕਿਸ ਨਾਲ ਰਿਲੇਟਡ ਹੋਏਗੀ? ਇਹ ਤੁਹਾਡੇ ਸਟਮਕ ਦੇ ਨਾਲ ਰਿਲੇਟਡ ਹੋਏਗੀ। ਇਹ ਹੈ ਬੱਚੋ ਕੁਝ ਗਲੈਂਡਸ, ਇੰਟੈਸਟੀਨਲ ਗਲੈਂਡਸ। ਇਹ ਕਿਤੇ ਹੈ? ਤੁਹਾਡੀ ਛੋਟੀ ਆਂਦਰ ਦੀਆਂ ਗਲੈਂਡਸ, ਜਿਸ ਦੇ ਵਿੱਚ ਕੁਝ ਨਾਮ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਇਹਨਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ। ਇਹ ਹੈ ਗੋਬਲੇਟ ਸੈਲਸ, ਜਿਸ ਤਰ੍ਹਾਂ ਬਰੂਨਰਸ ਗਲੈਂਡਸ। ਇਹ ਕੁਝ ਗਲੈਂਡਸ ਤੁਹਾਡੇ ਸਿਲੇਬਸ ਦੇ ਵਿੱਚ ਕਾਫੀ ਇੰਪੋਰਟੈਂਟ ਹੈ। ਤੁਹਾਡੇ ਤੋਂ ਨੀਟ ਦੇ ਵਿੱਚ ਵੀ ਇਹਨਾਂ ਦੇ ਉੱਪਰ ਕੁਐਸਚਨ ਪੁੱਛੇ ਜਾ ਸਕਦੇ ਹੈ ਕਿ ਬਰੂਨਰਸ ਗਲੈਂਡ ਤੁਹਾਨੂੰ ਕਿੱਥੇ ਮਿਲਦੀਆਂ ਨੇ। ਤਾਂ ਇਹ ਗਲੈਂਡਸ ਦਾ ਤੁਸੀਂ ਸਾਰੇ ਇੱਕ ਵਾਰੀ ਆਪਣੇ ਦਿਮਾਗ ਦੇ ਵਿੱਚ ਨੇਮ ਜ਼ਰੂਰ ਰੱਖਣਾ। ਤਾਂ ਬੱਚੋ ਇਹੀ ਸੀਗੀਆਂ ਆਪਣੀਆਂ ਬਾਡੀ ਦੀਆਂ, ਆਪਣੇ ਡਾਈਜੈਸਟਿਵ ਸਿਸਟਮ ਦੀਆਂ ਸਾਰੀਆਂ ਗਲੈਂਡਸ। ਆਪਾਂ ਸਭ ਤੋਂ ਪਹਿਲਾਂ ਸਲਿਵਰੀ ਗਲੈਂਡਸ ਕੀਤੀਆਂ, ਫਿਰ ਆਪਾਂ ਕੀਤਾ ਲੀਵਰ ਐਜ ਏ ਗਲੈਂਡ, ਫਿਰ ਪੈਨਕ੍ਰੀਆਜ ਕੀਤਾ। ਇਹ 3 ਟਾਈਪ ਦੀਆਂ ਮੇਜਰ ਗਲੈਂਡਸ ਸੀ ਤੁਹਾਡੀ ਬਾਡੀ ਦੀਆਂ। ਇਸ ਤੋਂ ਬਾਅਦ ਕੁਝ ਗਲੈਂਡਸ ਕਿੱਥੇ ਪ੍ਰੈਜ਼ੈਂਟ ਹੈ? ਤੁਹਾਡੇ ਮੈਦੇ ਯਾਨੀ ਕਿ ਸਟਮਕ ਦੇ ਵਿੱਚ, ਤੇ ਇੰਟੈਸਟੀਨਲ ਗਲੈਂਡਸ ਕਿਤੇ ਤੁਹਾਡੀ ਛੋਟੀ ਆਂਦਰ ਦੇ ਵਿਚਕਾਰ ਜਿਹੜੀ ਗਲੈਂਡਸ ਹੈ। ਇਹ ਬੱਚੋ ਗਲੈਂਡ ਜਿਹੜੀਆਂ ਨੇ ਇਹ ਉਹਨਾਂ ਦੀਆਂ ਵਾਲ ਦੇ ਵਿੱਚ ਗਲੈਂਡਸ ਹੁੰਦੇ ਨੇ। ਇਹਨਾਂ ਦਾ ਕੀ ਫੰਕਸ਼ਨ ਹੈ? ਕਿਹੜੇ ਐਂਜ਼ਾਈਮ ਸਕਰੀਟ ਕਰਦੇ ਨੇ? ਇਹ ਆਪਾਂ ਡਾਈਜੈਸ਼ਨ ਦੇ ਨਾਲ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੀਆਂ ਟਾਈਪ ਦੀਆਂ ਗਲੈਂਡ ਸਮਝ ਆ ਗਿਆ ਹੋਣਗੀਆਂ। ਨਾਲ ਆਪਣੀ NCERT ਦੀ ਬੁੱਕ ਤੋਂ ਇਸ ਨੂੰ ਜ਼ਰੂਰ ਪੜ੍ਹੋ। ਥੈਂਕ ਯੂ।